ਪੈਂਡੈਮਿਕ ਦੇ ਵਿੱਚ ਕੁਝ ਕੁ ਖਾਸ ਪ੍ਰੋਫੈਸ਼ਨ ਦੇ ਲੋਕਾਂ ਦੇ ਉੱਤੇ ਬਹੁਤ ਬੁਰਾ ਪ੍ਰਭਾਵ ਪਿਆ, ਜਿਨ੍ਹਾਂ ਦੇ ਵਿੱਚੋਂ ਫਰੰਟ ਲਾਈਨ ਵਰਕਰਸ ਇੱਕ ਨੇ, ਜਿਨ੍ਹਾਂ ਦੀ ਅਜੇ ਤੱਕ ਸ਼ਾਰਟੇਜ ਚੱਲ ਰਹੀ ਆ। ਔਰ ਕੈਨੇਡਾ ਦੇ ਕੁਝ ਸੂਬਿਆਂ ਦੇ ਵਿੱਚ ਉਹਨਾਂ ਨੇ ਜਿਹੜੇ ਫਰੰਟ ਲਾਈਨ ਵਰਕਰ, ਜਿਹੜੇ ਨਰਸਸ ਕੋਵਿਡ ਪੋਜ਼ਿਟਿਵ ਵੀ ਨੇ, ਉਹਨਾਂ ਨੂੰ ਵੀ ਕੰਮ ਦੇ ਉੱਤੇ ਬੁਲਾਉਣ ਦਾ ਫੈਸਲਾ ਕਰ ਰਿਹਾ ਕਿ ਉਹ ਕੋਵਿਡ ਦਾ ਇਲਾਜ ਕਰਨ, ਭਾਵੇਂ ਕਿ ਉਹ ਆਪ ਕੋਵਿਡ ਪੋਜ਼ਿਟਿਵ ਨੇ। ਪੀਪੀ ਕਿਟ ਪਾ ਕੇ ਰੱਖਣ, ਆਈਸੋਲੇਟ ਰਹਿਣ, ਕਿਉਂਕਿ ਮੇਰੇ ਮਰੀਜ਼ ਨੂੰ ਵੀ ਕੋਵਿਡ ਹੋ ਚੁੱਕਾ, ਉਹਦਾ ਇਲਾਜ ਕਰਨ। ਇੱਥੇ ਤੱਕ ਇਸ ਕੰਮ ਦੀ, ਇਸ ਪ੍ਰੋਫੈਸ਼ਨ ਦੇ ਵਿੱਚ ਸਟਾਫ ਦੀ ਸ਼ਾਰਟੇਜ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਏਵੀਏਸ਼ਨ ਇੰਡਸਟਰੀ ਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਫਲਾਈਟਾਂ ਕੈਂਸਲ ਹੋ ਰਹੀਆਂ ਕਿਉਂਕਿ ਸਟਾਫ ਸ਼ਾਰਟੇਜ ਆ, ਖਾਸ ਕਰ ਅਮਰੀਕਾ ਦੇ ਵਿੱਚ। ਬਹੁਤ ਸਾਰੇ ਲੋਕ ਬਿਮਾਰ ਨੇ ਜਾਂ ਛੁੱਟੀ 'ਤੇ ਨੇ, ਕੰਮ ਦੇ ਉੱਤੇ ਨਹੀਂ ਆ ਰਹੇ। ਇੱਕ ਸਭ ਤੋਂ ਵੱਧ ਹੋਰ ਪ੍ਰਭਾਵਿਤ ਖੇਤਰ ਗਰੋਸਰੀ ਸਟੋਰ ਵਰਕਰਸ ਨੇ। ਗਰੋਸਰੀ ਸਾਨੂੰ ਸਾਰਿਆਂ ਨੂੰ ਚਾਹੀਦੀ ਹੈ। ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਇਹਦੇ ਨਾਲ ਸੰਬੰਧਿਤ ਵੀ ਆਈਆਂ ਕਿ ਜਿਹੜੀਆਂ ਐਮਪਟੀ ਸ਼ੈਲਫਸ ਨੇ ਇਹਨਾਂ ਗਰੋਸਰੀ ਸਟੋਰਸ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡਾ ਸੰਕਟ ਪੈਦਾ ਕਰ ਸਕਦੀਆਂ ਨੇ। ਪਰ ਜਿਹੜੇ ਇਹਨਾਂ ਗਰੋਸਰੀ ਸਟੋਰਾਂ ਉੱਤੇ ਕੰਮ ਕਰਨ ਵਾਲੇ ਵਰਕਰ ਨੇ, ਉਹ ਕਹਿੰਦੇ ਅਸੀਂ ਉਸ ਕਿਸਮ ਦਾ ਸਾਨੂੰ ਜਿਹੜਾ ਮਾਣ ਨਹੀਂ ਮਿਲ ਰਿਹਾ ਜਿਸ ਤਰ੍ਹਾਂ ਦਾ ਮਿਲਣਾ ਚਾਹੀਦਾ ਆ। ਉਹ ਕਹਿੰਦੇ ਸਾਡਾ ਕੋਵਿਡ ਨਾਲ ਸਿੱਧਾ ਸੰਬੰਧ ਕੋਈ ਨਹੀਂ, ਨਾ ਅਸੀਂ ਕੋਵਿਡ ਦਾ ਟੈਸਟ ਕਰਦੇ ਹਾਂ, ਨਾ ਅਸੀਂ ਕੋਵਿਡ ਦਾ ਇਲਾਜ ਕਰਦੇ ਹਾਂ, ਤੇ ਨਾ ਹੀ ਸਾਨੂੰ ਉਹਨੀ ਰੈਕੋਗਨੀਸ਼ਨ ਮਿਲਦੀ ਆ। ਪਰ ਹੁਣ ਦੱਸਿਆ ਇਹ ਜਾ ਰਿਹਾ ਕਿ ਇਹ ਬਹੁਤ ਜ਼ਿਆਦਾ ਐਗਜ਼ੌਸਟ ਹੋ ਚੁੱਕੇ ਆ, ਇਹ ਵਰਕਰ ਬਹੁਤ ਜ਼ਿਆਦਾ ਥੱਕ ਚੁੱਕੇ ਆ, ਕੰਮ ਦਾ ਬੋਝ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਪੈ ਚੁੱਕਾ। ਕੁਛ ਵਰਕਰਸ, ਉਹਨਾਂ ਨੇ ਨਿਊਜ਼ ਮੀਡੀਆਜ਼ ਦੇ ਨਾਲ ਗੱਲਬਾਤ ਕੀਤੀ ਹੈ। ਉਹ ਕਹਿੰਦੇ ਅਸੀਂ ਜਦੋਂ 1 ਘੰਟਾ ਕੰਮ ਕਰਦੇ ਹਾਂ ਤਾਂ ਸਾਨੂੰ ਇੱਦਾਂ ਲੱਗਦਾ ਜਿੱਦਾਂ ਅਸੀਂ 5 ਘੰਟੇ ਕੰਮ ਕਰ ਲਿਆ ਹੋਵੇ। ਉਹ ਕਹਿੰਦੇ ਜਦੋਂ ਅਸੀਂ ਸਿਰਫ ਤੀਜੇ ਕਸਟਮਰ ਨਾਲ ਡੀਲ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਇੱਦਾਂ ਮਹਿਸੂਸ ਹੁੰਦਾ ਜਿੱਦਾਂ ਅਸੀਂ 30ਵੇਂ ਕਸਟਮਰ ਨਾਲ ਡੀਲ ਕਰ ਰਹੇ ਹਾਂ। ਕੰਮ ਦਾ ਇੰਨਾ ਜ਼ਿਆਦਾ ਬੋਝ ਇਸ ਪੈਂਡੈਮਿਕ ਦੇ ਵਿੱਚ ਇਹਨਾਂ ਗਰੋਸਰੀ ਸਟੋਰਸ ਦੇ ਉੱਤੇ ਦੇਖਣ ਨੂੰ ਮਿਲ ਰਿਹਾ। ਹਾਲਾਂਕਿ ਦੇਖਣ ਨੂੰ ਇਹ ਗੱਲ ਏਡੀ ਵੱਡੀ ਨਹੀਂ ਲੱਗਦੀ, ਸਾਰਾ ਕੁਝ ਬੜਾ ਸਮੂਥ ਜਿਹਾ ਲੱਗਦਾ ਕਿ ਜਿੱਦਾਂ ਗਰੋਸਰੀ ਸਟੋਰ ਦੇ ਉੱਤੇ ਇੰਪਲੋਈਜ਼ ਪਹਿਲਾਂ ਕੰਮ ਕਰਦੇ ਸੀ ਉਸੇ ਤਰੀਕੇ ਨਾਲ ਹੁਣ ਕਰ ਰਹੇ ਆ। ਪਰ ਅਸਲੀਅਤ ਇਹ ਆ ਕਿ ਹਾਲਾਤ ਬਦਲ ਚੁੱਕੇ ਆ ਤੇ ਇਹਨਾਂ ਵਰਕਰਸ ਦੇ ਉੱਤੇ ਬਹੁਤ ਜ਼ਿਆਦਾ ਬੋਝ ਇਸ ਵੇਲੇ ਪੈ ਚੁੱਕਿਆ। ਉਹ ਕਹਿੰਦੇ ਸਾਰੇ ਲੋਕ ਹੀ ਬਹੁਤ ਜ਼ਿਆਦਾ ਇਸ ਵੇਲੇ ਔਖੇ ਸਮੇਂ ਦੇ ਵਿੱਚੋਂ ਇਹ ਵਰਕਰ ਲੰਘ ਰਹੇ ਆ। ਬਹੁਤ ਸਾਰੇ ਵਰਕਰਸ ਆਪਣੀਆਂ ਸਮੱਸਿਆਵਾਂ ਸ਼ੇਅਰ ਕਰ ਰਹੇ ਆ। ਉਹ ਕਹਿੰਦੇ ਸਾਡੀ ਸਟੋਰ ਦੇ ਵਿੱਚ ਡਿਊਟੀ ਭਾਵੇਂ ਕੋਈ ਵੀ ਹੁੰਦੀ ਆ, ਪਰ ਹੁਣ ਹੋਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ, ਜਿਹਦੇ ਵਿੱਚ ਲਗਭਗ ਪੁਲਿਸਿੰਗ ਵੀ ਸ਼ਾਮਲ ਆ ਕਿ ਤੁਸੀਂ ਮਾਸਕ ਕਿਸੇ ਨੂੰ ਪਾਉਣ ਲਈ ਕਹਿਣਾ, ਕਿ ਬਾਰ-ਬਾਰ ਕਹਿਣਾ ਮਾਸਕ ਪਾ ਕੇ ਰੱਖੋ, ਤੇ ਉਹਦੇ ਤੋਂ ਬਾਅਦ ਜੋ ਕੁਛ ਜਿਸ ਤਰੀਕੇ ਨਾਲ ਉਹਨਾਂ ਨੂੰ ਗਾਈਡ ਕਰਨ ਦਾ ਕੰਮ ਕੀਤਾ ਜਾ ਰਿਹਾ। ਜਿਹੜੇ ਲੋਕ ਸਟੋਰ ਦੇ ਉੱਤੇ ਗਰੋਸਰੀ ਖਰੀਦਣ ਆਉਂਦੇ, ਉਹ ਕਹਿੰਦੇ ਇੱਦਾਂ ਦੀ ਕਦੇ ਆਸ ਨਹੀਂ ਸੀ ਕੀਤੀ ਕਿ ਇਹ ਕੰਮ ਸਾਨੂੰ ਕਰਨਾ ਪਊਗਾ। ਤੇ ਉਹਦੇ ਨਾਲ ਜਿਹੜਾ ਕੁਛ ਲੋਕ ਜਿਹੜੇ ਆਪਣਾ ਨਾਮ ਵੀ ਨਹੀਂ ਦੱਸ ਰਹੇ ਇਸ ਮਾਮਲੇ ਦੇ ਵਿੱਚ, ਤਾਂ ਕਿ ਉਹਨਾਂ ਦੇ ਜਿਹੜੇ ਇੰਪਲੋਇਰ ਨੇ ਉਹਨਾਂ ਦੇ ਨਾਲ ਕਿਸੇ ਕਿਸਮ ਦਾ ਉਹਨਾਂ ਨੂੰ ਇਸ ਕਿਸਮ ਨਾਲ ਨਾ ਦੇਖਣ ਕਿ ਕੰਮ ਕਰਨਾ ਨਹੀਂ ਚਾਹੁੰਦੇ। ਪਰ ਪਤਾ ਇਹ ਲੱਗ ਰਿਹਾ ਕਿ ਇਹ ਸਾਰੇ ਵਰਕਰ ਬਹੁਤ ਸਾਰੇ ਬੋਝ ਦੇ ਵਿੱਚੋਂ ਲੰਘ ਰਹੇ ਆ। ਔਰ ਦੂਜਾ ਇਹਦੇ ਵਿੱਚ ਸਭ ਤੋਂ ਵੱਡਾ ਖਤਰਾ ਇਹ ਆ ਕਿ ਇਹ ਸਭ ਤੋਂ ਵੱਧ ਖਤਰੇ ਉੱਤੇ ਆ ਕਿ ਆਪਣੇ ਘਰ ਦੇ ਵਿੱਚ ਕੋਵਿਡ-19 ਲਿਆ ਸਕਦੇ ਆ। ਜਿੰਨੀ ਜ਼ਿਆਦਾ ਇਹਨਾਂ ਨੂੰ ਟੈਨਸ਼ਨ ਆ, ਜਿੰਨੀ ਜ਼ਿਆਦਾ ਇਹਨਾਂ ਨੂੰ ਐਂਗਜ਼ਾਇਟੀ ਆ, ਚਿੰਤਾ ਆ ਇਸ ਗੱਲ ਦੀ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਘਰ ਕੋਵਿਡ-19 ਲਿਆ ਸਕਦੇ ਹਾਂ। ਤੇ ਇਹ ਚੀਜ਼ ਵੀ ਇੱਕ ਬਹੁਤ ਜ਼ਿਆਦਾ ਇਹਨਾਂ ਦੇ ਲਈ ਚਿੰਤਾ ਪੈਦਾ ਕਰ ਰਹੀ ਹੈ। ਉਹ ਕਹਿੰਦੇ ਇੱਕ ਨਹੀਂ, ਸਾਰੇ ਵਰਕਰਸ ਦਾ ਲਗਭਗ ਇਹ ਹਾਲ ਆ। ਉਹ ਕਹਿੰਦੇ ਕੋਈ ਗਲੈਮਰਸ ਜੌਬ ਨਹੀਂ ਆ ਇਹ। ਅਸੀਂ ਕੋਈ ਕੋਵਿਡ ਨੂੰ ਸੋਲਵ ਨਹੀਂ ਕਰ ਰਹੇ, ਅਸੀਂ ਕੋਈ ਟੈਸਟਿੰਗ ਨਹੀਂ ਕਰ ਰਹੇ, ਪਰ ਕੋਵਿਡ ਤੋਂ ਬਿਨਾਂ ਹੀ ਸਾਡੇ ਉੱਤੇ ਜਿੰਨਾ ਜ਼ਿਆਦਾ ਬੋਝ, ਔਰ ਇਹ ਵੀ ਗੱਲ ਅਸੀਂ ਸਾਰੇ ਜਾਣਦੇ ਹਾਂ ਕਿ ਜੇਕਰ ਗਰੋਸਰੀ ਵਰਕਰ ਨਾ ਇਸ ਤਰ੍ਹਾਂ ਕੰਮ ਕਰਨ ਤਾਂ ਸਾਡੇ ਘਰਾਂ ਦੇ ਵਿੱਚ ਖਾਣ ਦਾ ਸਮਾਨ ਨਹੀਂ ਪਹੁੰਚ ਸਕਦਾ। ਜਿਹੜੀ ਇਸ ਵੇਲੇ 2 ਸਾਲ ਦੇ ਲਗਭਗ ਹੋ ਗਏ ਇਹਨਾਂ ਵਰਕਰਸ ਨੂੰ ਐਸੇ ਤਰੀਕੇ ਦੇ ਨਾਲ ਕੰਮ ਕਰਦਿਆਂ ਨੂੰ। ਉਹ ਕਹਿੰਦੇ ਅਸੀਂ ਮੈਂਟਲੀ, ਫਿਜ਼ੀਕਲੀ, ਇਮੋਸ਼ਨਲੀ ਹਰ ਤਰੀਕੇ ਦੇ ਨਾਲ ਥੱਕ ਚੁੱਕੇ ਹਾਂ। ਜਿਹੜੇ ਫਰੰਟ ਲਾਈਨ ਵਰਕਰਸ ਨੇ ਉਹਨਾਂ ਨੂੰ ਬਿਨਾਂ ਸ਼ੱਕ ਲੰਬੇ ਸਮੇਂ ਦੇ ਲਈ ਕੰਮ ਕਰਨਾ ਪੈ ਰਿਹਾ, ਬਹੁਤ ਸਖਤ ਹਾਲਤਾਂ ਦੇ ਵਿੱਚ ਕੰਮ ਕਰਨਾ ਪੈ ਰਿਹਾ, ਔਰ ਇਹਦੇ ਨਾਲ ਉਹਨਾਂ ਦੇ ਉੱਤੇ ਬਹੁਤ ਸਾਰਾ ਇਹ ਪ੍ਰਭਾਵ ਪੈ ਰਿਹਾ। ਤੇ ਇਹ ਕੁਛ ਜਿਹੜੇ ਆ ਇਸ ਮਾਮਲੇ ਦੇ ਵਿੱਚ ਕਹਿੰਦੇ ਕਿਸੇ ਇੱਕ ਪੁਆਇੰਟ ਦੇ ਉੱਤੇ ਜਾ ਕੇ ਇਹ ਕੰਮ ਛੱਡਣ ਬਾਰੇ ਸੋਚ ਰਹੇ ਆ ਕਿ ਅਸੀਂ ਇਹ ਕੰਮ ਛੱਡ ਕੇ ਕੁਛ ਨਾ ਕੁਛ ਹੋਰ ਕਰ ਲਈਏ। ਜਿਹੜੇ ਵਰਕਪਲੇਸ ਹੈਲਥ ਸਾਈਕੋਲੋਜੀ ਐਕਸਪਰਟ ਨੇ ਉਹ ਦੱਸ ਰਹੇ ਆ ਕਿ ਏਡਾ ਵੱਡਾ ਸਟੈਪ ਨਹੀਂ ਲੈਣਾ ਚਾਹੀਦਾ। ਜੇਕਰ ਤੁਸੀਂ ਇੰਨੇ ਜ਼ਿਆਦਾ ਇਹਦੇ ਨਾਲ ਥੱਕ ਚੁੱਕੇ ਆ ਤਾਂ ਬੜੀ ਸਿੱਧਾ ਜਿਹਾ ਇਹਦਾ ਜਵਾਬ ਆ ਕਿ ਤੁਹਾਨੂੰ ਬ੍ਰੇਕ ਚਾਹੀਦੀ ਹੈ। ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਬ੍ਰੇਕ ਲਓ। ਤੇ ਜਿਹੜੇ ਲੋਕ ਇਸ ਕੰਮ ਦੇ ਵਿੱਚੋਂ ਇੰਨਾ ਜ਼ਿਆਦਾ ਥੱਕ ਚੁੱਕੇ ਆ, ਜਿਹੜੇ ਕੰਮ ਛੱਡਣ ਬਾਰੇ ਸੋਚ ਰਹੇ ਆ, ਉਹਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਤੁਸੀਂ ਥੋੜ੍ਹਾ ਚਿਰ ਆਰਾਮ ਕਰਨ ਤੋਂ ਬਾਅਦ ਇਸ ਚੀਜ਼ ਬਾਰੇ ਵਿਚਾਰ ਕਰੋ। ਏਡਾ ਵੱਡਾ ਕੰਮ ਛੱਡਣ ਦਾ ਫੈਸਲਾ ਤੁਸੀਂ ਇੱਕਦਮ ਨਾ ਲਓ। ਤੇ ਜਿਹੜੀ ਇਹ ਆ ਕਿ ਉਹਨਾਂ ਦੇ ਟਾਰਗੇਟਸ ਨੇ, ਉਹਨਾਂ ਦੀ ਪਰਫਾਰਮੈਂਸ ਦੇ, ਉਹਨਾਂ ਦੇ ਉੱਤੇ ਇੱਕ ਉਹ ਵੀ ਪ੍ਰੈਸ਼ਰ ਆ। ਤੇ ਦੂਜੇ ਪਾਸੇ ਜਿੱਡਾ ਵੱਡਾ ਇਹਨਾਂ ਕਾਮਿਆਂ ਨੂੰ ਰਿਸਕ ਆ,
ਓਡਾ ਵੱਡਾ ਰਿਵਾਰਡ ਇਹਨਾਂ ਨੂੰ ਇਹਦਾ ਨਹੀਂ ਮਿਲ ਰਿਹਾ। ਇਹਦੇ ਨਾਲ ਵੀ ਇੱਕ ਸਮੱਸਿਆ ਪੈਦਾ ਹੋ ਰਹੀ ਹੈ। ਹਾਲਾਂਕਿ ਪੈਂਡੈਮਿਕ ਦੇ ਵਿੱਚ ਇਹਨਾਂ ਗਰੋਸਰੀ ਸਟੋਰ ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਖਾਸ ਕਿਸਮ ਦਾ ਜਿਹੜਾ ਇਨਸੈਂਟਿਵ ਵੀ ਦਿੱਤੇ ਗਏ ਸੀ, ਇਹਨਾਂ ਦੇ ਵੇਜਸ ਦੇ ਵਿੱਚ ਵੀ ਵਾਧਾ ਕੀਤਾ ਗਿਆ ਸੀ, ਪਰ ਉਹਦੇ ਨਾਲ ਜਿੱਡਾ ਵੱਡਾ ਇਹਨਾਂ ਦਾ ਇੱਕ ਇਹ ਰਿਸਕ ਆ ਇਸ ਕੰਮਕਾਰ ਦੇ ਵਿੱਚ, ਓਡਾ ਵੱਡਾ ਰਿਵਾਰਡ ਇਹਨਾਂ ਨੂੰ ਨਾ ਮਿਲਣਾ ਵੀ ਇੱਕ ਕਾਰਨ ਬਣ ਰਿਹਾ ਕਿ ਇਹ ਜ਼ਿਆਦਾ ਥੱਕ ਰਹੇ ਨੇ। ਬਾਰ-ਬਾਰ ਪਿਛਲੇ ਸਮੇਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਕਿ ਫਰੰਟ ਲਾਈਨ ਵਰਕਰਸ ਇਸ ਵੇਲੇ ਮਾਨਸਿਕ ਰੂਪ ਦੇ ਵਿੱਚ, ਸਰੀਰਕ ਰੂਪ ਦੇ ਵਿੱਚ ਇਸ ਕੰਮ ਤੋਂ ਥੱਕ ਚੁੱਕੇ ਆ। ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਸ਼ਾਬਾਸ਼, ਕਿਸੇ ਨਾ ਕਿਸੇ ਤਰ੍ਹਾਂ ਦੇ ਹੌਸਲੇ ਦੀ ਇਸ ਵੇਲੇ ਲੋੜ ਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।